ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਧੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ, ਮਨ ਕਿਵੇਂ ਸਮਾਧੀ ਵਿੱਚ ਜਾਂਦਾ ਹੈ, ਆਓ ਇਸ ਬਾਰੇ ਬਹੁਤ ਹੀ ਸੂਖਮ ਵਿਚਾਰ ਜੋ ਅਕਥ ਦੀ ਕਹਾਣੀ ਹੈ, ਆਓ ਗੁਰਮੁਖਾਂ ਪਾਸੋਂ ਸਰਵਣ ਕਰਦੇ ਹਾਂ। ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ, ਦੁੱਖ ਭੁੱਖ ਨ ਵਿਆਪਈ, ਜੇ ਸੁਖ ਦਾਤਾ ਮਨ ਹੋਏ। ਕਿਤ ਹੀ ਕੰਮ ਨ ਛਿਜੀਐ, ਜਾ ਹਿਰਦੈ ਸੱਚਾ ਸੋਏ। ਜਿਸ ਤੂੰ ਰੱਖੈ ਹੱਥ ਦੇ, ਤਿਸ ਮਾਰ ਨ ਸਕੈ ਕੋਏ। ਸੁਖ ਦਾਤਾ ਗੁਰ ਸੇਵੀਐ, ਸਭ ਔਗਣ ਕੱਢੈ ਤੋਏ। ਜਿਹੜਾ ਵਾਰ-ਵਾਰ ਹਰ ਹਰ ਜਪਣਾ ਹੈ, ਕਹਿੰਦੇ ਐਵੇਂ ਕੋਈ ਨਿਫਲ ਕੰਮ ਨਹੀਂ। ਜਾਂ ਆਪਾਂ ਕਹਿ ਦਈਏ ਵੀ ਇਸ ਦੇ ਨਾਲ ਕੋਈ ਪ੍ਰਾਪਤੀ ਨਹੀਂ, ਮਨ ਦੇ ਵਿੱਚ ਸ਼ੰਕਾ ਆ ਜਾਂਦਾ ਹੈ। ਕਹਿੰਦੇ ਜਿਹੜਾ ਆਪਾਂ ਵਾਰ-ਵਾਰ ਸ਼ਬਦ ਦਾ ਅਭਿਆਸ ਕਰਦੇ ਹਾਂ, ਮਨ ਇੱਕ ਆਦਤ ਨੂੰ ਧਾਰਨ ਕਰਦਾ ਹੈ। ਜਦੋਂ ਮਨ ਆਦਤ ਨੂੰ ਧਾਰਨ ਕਰ ਜਾਂਦਾ ਆ, ਉਹ ਆਦਤ ਆਪ ਦਾ ਅਸਰ, ਚਾਹੇ ਉਹ ਲਾਭ ਹੈ ਚਾਹੇ ਤੋਟਾ ਹੈ, ਉਹ ਮਨ ਨੂੰ ਦੇਣ ਲੱਗ ਜਾਂਦੀ ਹੈ। ਆਦਤ ਕਹਿ ਲਈਏ ਜਾਂ ਕਰਮ ਕਹਿ ਲਈਏ, ਜਿਸ ਤਰ੍ਹਾਂ ਦਾ ਵੀ ਮਨ ਰੋਜ਼ ਦਾ ਰੋਜ਼ ਨਿਯਮ ਅਪਣਾ ਲੈਂਦਾ ਹੈ, ਉਹ ਨਿਯਮ, ਉਹ ਕਰਮ ਰੂਪੀ ਨਿਯਮ ਹੀ ਉਹਨੂੰ ਆਪ ਦਾ ਅਸਰ ਦਿੰਦਾ ਹੈ। ਹਰ ਕਰਮ ਦੇ ਵਿੱਚ ਤਾਕਤ ਹੈ, ਹਰ ਕਰਮ ਦੀ ਆਪ ਦੀ ਸ਼ਕਤੀ ਹੈ। ਤੇ ਫਿਰ ਮਹਾਰਾਜ ਜੀ ਕਹਿੰਦੇ ਜਦੋਂ ਹਰ ਹਰ ਨਿਤ ਜਪਦੇ ਆ, ਤੇ ਕਹਿੰਦੇ ਦੁੱਖ ਭੁੱਖ ਨਾ ਵਿਆਪਈ, ਜੇ ਸੁਖ ਦਾਤਾ ਮਨ ਹੋਏ। ਕਿਤ ਹੀ ਕੰਮ ਨਾ ਛਿਜੀਏ, ਜਾਂ ਹਿਰਦੇ ਸੱਚਾ ਸੋਏ। ਸਾਡੇ ਕਿੰਨੇ ਕੰਮ ਆ ਜਿਨ੍ਹਾਂ ਕਰਕੇ ਸਾਨੂੰ ਸੰਸਾਰ ਦੇ ਵਿੱਚ ਤ੍ਰਿਸ਼ਨਾ ਲੱਗਦੀ ਹੈ। ਦੁਨਿਆਵੀ ਕਰਮ ਸਾਡੇ ਬਣਦੇ ਨਹੀਂ, ਸਾਨੂੰ ਕੋਈ ਰੁਕਾਵਟ ਆ ਜਾਂਦੀ ਆ, ਘਰ ਦੇ ਕੰਮਾਂ 'ਚ ਰੁਕਾਵਟ ਆਉਂਦੀ ਆ, ਪੈਸੇ ਦੇ ਕੰਮਾਂ ਵਿੱਚ ਰੁਕਾਵਟ ਆਉਂਦੀ ਆ, ਬੱਚੇ ਜਿਹੜੇ ਆ ਉਹਨਾਂ ਦੇ ਕਿੰਨੇ ਕਾਰਜ ਆ ਰੁਕ ਜਾਂਦੇ ਆ। ਸਾਡੇ ਘਰ ਘਰੇਲੂ ਗ੍ਰਸਥ ਦੇ ਕਾਰਜ ਕਿੰਨੇ ਰੁਕਦੇ ਆ। ਅਸੀਂ ਕਹਿੰਦੇ ਹਾਂ ਸਾਡਾ ਇਹ ਕੰਮ ਨਹੀਂ ਬਣਦਾ ਪਿਆ, ਘਰ ਦੇ ਵਿੱਚ ਇਤਫਾਕ ਨਹੀਂ ਬਣਦਾ, ਕਦੇ ਸਾਡੇ ਘਰ ਦੇ ਵਿੱਚ ਕੋਈ ਪੈਸੇ ਦਾ ਕੰਮ ਨਹੀਂ ਬਣਦਾ, ਕਦੇ ਸਾਡਾ ਕੋਈ ਜ਼ਮੀਨ ਜਾਇਦਾਦ ਦਾ ਕੰਮ ਨਹੀਂ ਬਣਦਾ। ਦੁਨਿਆਵੀ ਕੰਮ ਦੀ ਆਪਾਂ ਵਿਚਾਰ ਕਰੀਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦੁਨਿਆਵੀ ਕੰਮ ਤਾਂ ਇੱਕ ਛੋਟੀ ਮੋਟੀ ਜੀ ਗੱਲ ਆ। ਜਿਹੜਾ ਸਾਡਾ 4 ਯੁਗਾਂ ਤੋਂ ਜਾਂ ਪਹਿਲਾਂ ਵੀ ਪਤਾ ਨਹੀਂ ਕਿੰਨੇ ਕੁ ਯੁਗਾਂ ਤੋਂ, ਜਦੋਂ ਤੋਂ ਅਸੀਂ ਮਾਲਕ ਤੋਂ ਵਿਛੜੇ ਹੋਏ ਆ, ਜਿਹੜਾ ਸਾਡਾ ਅੰਮ੍ਰਿਤ ਰਸ ਨਹੀਂ ਆਇਆ ਆਪਾਂ ਨੂੰ, ਉਹ ਕੰਮ ਨਹੀਂ ਬਣਿਆ ਆਪਣਾ ਅਜੇ ਤੱਕ। ਅਨਹਦ ਨਾਦ ਜੋ ਗੁਪਤ ਨਾਮ ਦਾ ਖਜ਼ਾਨਾ ਸੀ, ਆਪਾਂ ਮੰਗਦੇ ਰਹੇ ਹਰ ਜਨਮ ਦਰ ਜਨਮ ਵੀ ਨਾਮਦਾਨ ਦਿਓ ਜੀ, ਨਾਮ ਦਾ ਖਜ਼ਾਨਾ ਦਿਓ ਜੀ। ਬੇਸ਼ੱਕ ਸਾਨੂੰ ਪਤਾ ਵੀ ਨਹੀਂ ਸੀ ਨਾਮ ਦਾ ਖਜ਼ਾਨਾ ਕੀ ਹੁੰਦਾ, ਫਿਰ ਵੀ ਮੰਗਦੇ ਰਹੇ। ਤੇ ਮਹਾਰਾਜ ਜੀ ਕਹਿੰਦੇ ਵੀ ਨਾ ਤਾਂ ਪਰਲੋਕ ਦਾ ਆਪਣਾ ਕੰਮ ਕੋਈ ਬਣਿਆ, ਵੀ ਪਰਲੋਕ ਦਾ ਸੁਧਾਰ ਹੋ ਜਾਏ, ਜਾਂ ਕੋਈ ਆਤਮਕ ਮੰਡਲ ਦਾ ਕੋਈ ਸਾਡਾ ਸੁਧਾਰ ਹੋ ਜਾਏ, ਤੇ ਦੁਨਿਆਵੀ ਕੰਮ ਦੇ ਵਿੱਚ ਵੀ ਆਪਾਂ ਨੂੰ ਹਾਰ ਪੈਂਦੀ ਰਹੀ। ਇਹ ਫਿਰ ਇਹਨਾਂ ਨੇ ਕਿਹਾ ਆ ਵੀ ਜਿਵੇਂ ਸੁਬਹਾ ਉੱਠ ਕੇ ਤੁਸੀਂ ਜੇਕਰ ਦਾਤਨ ਕਰਦੇ ਆ ਤੇ ਉਹ ਤੁਹਾਡੇ ਮੁੱਖ ਦੇ ਰੋਗ ਦੂਰ ਕਰਦੀ ਹੈ ਨਾ, ਰੋਜ਼ ਦਾ ਰੋਜ਼, ਉਹ ਵੀ ਇੱਕ ਕਰਮ। ਜੇ ਦਾਤਨ ਕਰਾਂਗੇ ਉਸ ਦਾ ਅਸਰ ਹੈ ਕਿ ਉਹਨੇ ਮੁੱਖ ਦੇ ਰੋਗ ਦੂਰ ਕਰਨੇ ਆ, ਮੁੱਖ ਦੇ ਵਿੱਚੋਂ ਦੁਰਗੰਧ ਦੂਰ ਕਰਨੀ ਹੈ। ਜੇ ਜਲ ਪੀਵਾਂਗੇ ਉਸ ਦਾ ਅਸਰ ਹੈ ਕਿ ਸਾਡੇ ਪੇਟ ਦਾ ਜਿਹੜੀ ਹੈ ਤ੍ਰਿਪਤੀ ਉਹਨੇ ਕਰਨੀ ਹੈ, ਸਰੀਰ ਦੇ ਵਿੱਚ ਪਿਆਸ ਬੁਝਾਉਣੀ।
ਜੇ ਅਨਾਜ ਖਾਵਾਂਗੇ ਉਹਨੇ ਸਾਡੇ ਰੋਮਾਂ ਨੂੰ, ਹੱਡੀਆਂ ਨੂੰ, ਸਾਡੀ ਮਾਸਪੇਸ਼ੀਆਂ ਨੂੰ ਤਾਕਤ ਦੇਣੀ। ਨਿਤ ਨਿਤ ਆਪਾਂ ਕਰਦੇ ਹਾਂ ਇਹ ਚੀਜ਼ਾਂ, ਸਾਡੇ ਮੁੱਖ ਵਿੱਚ ਰੋਗ ਨਾ ਪੈਦਾ ਹੋ ਜਾਏ, ਸਾਡੇ ਸਰੀਰ ਦੀ ਤ੍ਰਿਪਤੀ ਹੁੰਦੀ ਰਹੇ, ਸਾਡੀਆਂ ਹੱਡੀਆਂ ਮਾਸਪੇਸ਼ੀਆਂ ਨੂੰ ਤਾਕਤ ਮਿਲਦੀ ਰਹੇ। ਇਹ ਨਿਤ ਕਰਦੇ ਆਪਾਂ ਜੀ ਘਰ 'ਚ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਹਰ ਹਰ ਨਿਤ ਜਪਿਓ ਜੀ। ਇਹ ਜਿਹੜਾ ਹਰ ਹਰ ਇਹ ਵੀ ਨਿਤ ਜਪਣਾ ਪੈਣਾ। ਤੇ ਜਪਣਾ ਕਿਉਂ ਪੈਣਾ? ਕਹਿੰਦੇ ਦੁੱਖ ਭੁੱਖ ਨੈ ਵਿਆਪਈ ਜੇ ਸੁਖ ਦਾਤਾ ਮਨ ਹੋਏ। ਜਿਹੜੀ ਦੁੱਖ ਲੱਗਦੇ ਨੇ ਨਾ ਨਿਤ ਨਿਤ, ਇਹ ਦੁੱਖ ਵੀ ਨਿਤ ਨਿਤ ਆਉਂਦਾ ਤੇ ਭੁੱਖ ਵੀ ਨਿਤ ਆਉਂਦੀ ਹੈ। ਜਿਵੇਂ ਰੋਟੀ ਦੀ ਭੁੱਖ ਨਿਤ ਆਉਂਦੀ ਹੈ, ਸੌਣ ਦੀ ਭੁੱਖ ਨਿਤ ਆਉਂਦੀ ਹੈ, ਪਿਆਸ ਆਉਂਦੀ ਹੈ, ਸਾਨੂੰ ਨਿਤ ਆਉਂਦੀਆਂ ਨੇ। ਇਹ ਭੁੱਖ ਲੱਗੀਆਂ ਹੋਈਆਂ ਨੇ ਸਾਨੂੰ ਸਰੀਰ ਦੀਆਂ। ਇਸੇ ਤਰ੍ਹਾਂ ਮਨ ਨੂੰ ਵੀ ਭੁੱਖਾਂ ਲੱਗੀਆਂ ਹੋਈਆਂ ਨੇ, ਤ੍ਰਿਸ਼ਨਾ ਵੀ ਨਿਤ ਆਉਂਦੀ ਹੈ, ਵਿਚਾਰ ਵੀ ਨਿਤ ਆਉਂਦਾ ਹੈ, ਘਾਟਾ ਵੀ ਨਿਤ ਆਉਂਦਾ ਹੈ, ਦੁਬਿਧਾ ਵੀ ਨਿਤ ਆਉਂਦੀ ਹੈ। ਤੇ ਮਹਾਰਾਜ ਜੀ ਕਹਿੰਦੇ ਜਦੋਂ ਆਪਾਂ ਨਿਤ ਨਿਤ ਅਭਿਆਸ ਕਰਾਂਗੇ, ਜਿਵੇਂ ਦੂਜੇ ਕਰਮ ਕਰਦੇ ਆ ਉਹ ਸਰੀਰ ਨੂੰ ਸੁੱਖ ਦਿੰਦੇ ਨੇ, ਇਸੇ ਤਰ੍ਹਾਂ ਸਾਡੀ ਮਨ ਦੀ ਤਾਕਤ ਬਣੇਗੀ ਨਿਤ ਨਿਤ ਸਿਮਰਨ ਕਰਨ ਦੇ ਨਾਲ। ਜਿਹੜਾ ਸਾਡਾ ਮਨ ਪੰਜਾਂ ਦੂਤਾਂ ਦੇ ਨਾਲ ਪਿੱਛੇ ਹਟ ਜਾਂਦਾ, ਪੰਜੇ ਦੂਤ ਇਹਨੂੰ ਸਲਾਹ ਦਿੰਦੇ ਆ ਵੀ ਤੂੰ ਸ਼ਬਦ ਦਾ ਅਭਿਆਸ ਨਾ ਕਰ, ਨਿਤ ਉੱਠ ਕੇ ਨਾ ਜਪ, ਮਾਲਕ ਦੇ ਦਰ ਦੇ ਉੱਤੇ ਨਾ ਬੈਠ, ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਕਮਜ਼ੋਰ ਹੋਏਗਾ, ਜੇ ਸਾਡੇ ਤੋਂ ਪਾਸੇ ਜਾਏਗਾ ਤੇ ਇਹਦੀ ਤਾਕਤ ਬਣੇਗੀ, ਮਾਲਕ ਦੇ ਦਰ ਤੇ ਜਾਏਗਾ ਤੇ ਫਿਰ ਇਹ ਸੁਖੀ ਵਸੇਗਾ। ਸੁਖੀ ਵਸਦੇ ਹੋਏ ਨੂੰ ਕੋਈ ਵਿਚਾਰ ਦੇ ਨਹੀਂ ਸਕਦੇ ਅਸੀਂ, ਨਿਸ਼ਚਿੰਤ ਰਹੇਗਾ, ਅੰਮ੍ਰਿਤ ਆਉਂਦਾ ਰਹੇਗਾ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਵੀ ਜੇ ਮੇਰੇ ਮਨ ਕਰਤੇ ਨੂੰ ਸਲਾਹ, ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾ। ਵਾਰ-ਵਾਰ ਜਦੋਂ ਆਪਾਂ ਕਰਤੇ ਨੂੰ ਸਲਾਹਾਂਗੇ, ਉਹਦੇ ਨਾਲ ਦੁੱਖ ਭੁੱਖ ਨਾ ਵਿਆਪਈ ਜੇ ਸੁਖ ਦਾਤਾ ਮਨ ਹੋਏ, ਕਿਤ ਹੀ ਕਮ ਨਾ ਛਿਜੀਐ ਜਿਸ ਹਿਰਦੇ ਸੱਚਾ ਸੁਰ। ਜਾਂ ਹਿਰਦੇ ਸੱਚਾ ਸੁਰ। ਆਪਾਂ ਨੂੰ ਫਿਰ ਕੰਮਾਂ ਦੇ ਵਿੱਚ ਰੁਕਾਵਟ ਨਹੀਂ ਆਊਗੀ। ਜਿਹੜੇ ਦੁਨਿਆਵੀ ਕੰਮ ਰੁਕਦੇ ਆ, ਜਿਹੜੇ ਸਵੇਰੇ ਇਲਾਹੀ ਸਾਡੇ ਕੰਮ ਰੁਕਦੇ ਆ, ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀਆਂ ਰੁਕਾਵਟਾਂ ਪੈਂਦੇ ਨੇ ਨਾ, ਮਹਾਰਾਜ ਜੀ ਗੁਰਬਾਣੀ ਵਿੱਚ ਦਾਵਾ ਕਰਦੇ ਨੇ ਕਿਤ ਹੀ ਕੰਮ ਨਾ ਛਿਜੀਐ ਜਾਂ ਹਿਰਦੇ ਸੱਚਾ ਸੁਰ। ਸਿਮਰਨ ਦੀ ਤਾਕਤ ਜਿਹੜੀ ਹੈ ਉਹ ਸਾਡੇ ਮਨ ਦੇ ਰੋਮਾਂ ਦੇ ਵਿੱਚ ਜਾ ਕੇ ਵਸਦੀ ਹੈ। ਜਿਵੇਂ ਮੈਂ ਪਹਿਲਾਂ ਤੁਹਾਨੂੰ ਦਾਤਨ ਦੀ ਮਿਸਾਲ ਦਿੱਤੀ ਆ, ਭੋਜਨ ਦੀ ਮਿਸਾਲ ਦਿੱਤੀ ਆ, ਪਾਣੀ ਦੀ ਮਿਸਾਲ ਦਿੱਤੀ ਆ, ਇਸ ਤਰ੍ਹਾਂ ਜਿਹੜੇ ਗੁਰਸਿੱਖ ਗੁਰਮੁਖ ਜਨ ਹੁੰਦੇ ਨੇ, ਜਦੋਂ ਉਹ ਨਿਤ ਨਿਤ ਗੁਰ ਮੰਤਰ ਦਾ ਅਭਿਆਸ ਕਰਦੇ ਆ, ਉਹਨਾਂ ਦੇ ਸਾਰੇ ਰੁਕੇ ਹੋਏ ਕੰਮ ਜਿਹੜੇ ਆ ਉਹਨਾਂ ਦੇ ਬੰਧਨ ਟੁੱਟਦੇ ਆ। ਤੇ ਜਿਹੜਾ ਸਾਡਾ ਬੜੇ ਯੁਗਾਂ ਤੋਂ ਰੁਕਿਆ ਹੋਇਆ ਅੰਮ੍ਰਿਤ ਦੀ ਖੁਰਾਕ ਦਾ ਕੰਮ, ਆਪਾਂ ਨੂੰ ਸੰਗਤ ਦੇ ਵਿੱਚ ਆ ਕੇ ਪਤਾ ਲੱਗਾ ਵੀ ਆਪਣੇ ਕੋਲ ਤਾਂ ਅਨਹਦ ਨਾਮ ਹੀ ਨਹੀਂ ਹੈਗਾ, ਸਾਡੇ ਕੋਲ ਤਾਂ ਮਾਲਕ ਦੇ ਦਰਸ਼ਨ ਹੀ ਨਹੀਂ ਹੈਗੇ, ਅਸੀਂ ਤਾਂ 10ਵੇਂ ਘਰ ਦੇ ਵਾਸੀ ਨਹੀਂ ਹੈਗੇ। ਉਹ ਕਾਰਜ ਵੀ ਵਾਰ-ਵਾਰ ਸ਼ਬਦ ਦਾ ਅਭਿਆਸ ਕਰਨ ਤੇ ਹੀ ਸੰਪੂਰਨ ਹੋਣਾ। ਤੇ ਮਹਾਰਾਜ ਜੀ ਕਹਿੰਦੇ ਸਿਆਣਪ ਵਿੱਚ ਨਹੀਂ, ਹੋਰ ਤਾਂ ਬਾਕੀ ਦੁਨਿਆਵੀ ਕਾਰਜ ਅਸੀਂ ਬੜੀ ਨਿਸ਼ਚਾ ਦੇ ਨਾਲ, ਬੜੇ ਕਸ਼ਟ ਦੇ ਨਾਲ, ਬੜਾ ਜਿਹੜਾ ਹੈ ਰੋਜ਼ ਦਾ ਰੋਜ਼ ਨਿਯਮ ਬਣਾ ਕੇ ਸਾਧ ਲੈਂਦੇ ਹਾਂ। ਤੇ ਜਦੋਂ ਸ਼ਬਦ ਅਭਿਆਸ ਦੀ ਗੱਲ ਆਉਂਦੀ ਏ, ਮਾਲਕ ਦੇ ਸੱਚ ਸੇਵਾ ਦੀ ਗੱਲ ਆਉਂਦੀ, ਉੱਥੇ ਸਿਆਣਪ ਆਪਦੀ ਨਾਲ ਲੈ ਆਉਂਦੇ, ਉੱਥੇ ਆਪਦੀ ਸਿਆਣਪ ਨੂੰ ਅੱਗੇ ਲਿਆ ਕੇ ਕਹਿੰਦੇ ਆ ਵੀ ਨਾ ਸਾਨੂੰ ਤਾਂ ਲੋੜ ਹੀ ਨਹੀਂ। ਤੇ ਉਵੇਂ ਜੋ ਦੁਨਿਆਵੀ ਕਾਰਜ ਨੇ ਉੱਥੇ ਸਿਆਣਪ ਨਹੀਂ, ਉੱਥੇ ਆਪਾਂ ਜਿਹੜੀਆਂ ਮਿਹਨਤ ਕਰਦੇ ਹਾਂ ਦੁਨਿਆਵੀ ਕਾਰਜ ਲਈ। ਤੇ ਮਹਾਰਾਜ ਜੀ ਕਹਿੰਦੇ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾ। ਇਹ ਅਭਿਆਸ ਕਰਨ ਦੇ ਨਾਲ ਹੀ ਸਾਡੇ ਮਨ ਦਾ ਖੁਰਾਕ ਸ਼ੁਰੂ ਹੋਣੀ ਹੈ। ਮਨ ਦੀ ਖੁਰਾਕ ਸ਼ੁਰੂ ਤਾਂ ਹੋਏਗੀ ਅਭਿਆਸ ਕਰਨ ਦੇ ਨਾਲ, ਸਾਡਾ ਜਿਹੜਾ ਵਿਗੜਿਆ ਹੋਇਆ ਪਾਉਣ ਦਾ ਬੈਲੈਂਸ ਆ, ਸਾਡੀ ਵਿਗੜੀ ਹੋਈ ਦ੍ਰਿਸ਼ਟੀ ਦਾ ਬੈਲੈਂਸ ਆ,
ਜੋ ਜਮਦੂਤਾਂ ਨੇ ਵਿਚਾਰਾਂ ਦੇ ਵਿੱਚ ਆ ਕੇ ਸਾਡੀ ਦ੍ਰਿਸ਼ਟੀ ਨੂੰ ਵਿਗਾੜ ਪਾ ਦਿੱਤਾ, ਸਾਡੇ ਅੰਦਰ ਪਾਉਣ ਦਾ ਬੈਲੈਂਸ ਵਿਗਾੜ ਦਿੱਤਾ, ਸਾਡੀ ਸੁਰਤੀ ਨੂੰ ਬਖੇਰ ਦਿੱਤਾ, ਉਹ ਬਰਾਬਰ ਹੋਣਾ। ਗੁਰਮੰਤਰ ਦੀ ਆਵਾਜ਼ ਨੂੰ ਸੁਣਨਾ ਕੋਈ ਛੋਟੀ ਮੋਟੀ ਅਵਸਥਾ ਨਹੀਂ। ਬਹੁਤੇ ਗੁਰਮੁਖ ਕਹਿੰਦੇ ਨੇ ਵੀ ਸਾਡਾ ਸੱਚ 'ਚ ਧਿਆਨ ਨਹੀਂ ਲੱਗਦਾ, ਸਾਡਾ ਅਨਹਦ ਸ਼ਬਦ ਵਿੱਚ ਧਿਆਨ ਨਹੀਂ ਲੱਗਦਾ। ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਤੁਹਾਡਾ ਗੁਰਮੰਤਰ ਦੀ ਧੁਨ ਦੇ ਵਿੱਚ, ਆਪਦੀ ਆਵਾਜ਼ ਦੇ ਵਿੱਚ ਧਿਆਨ ਲੱਗਦਾ। ਜੇ ਪਹਿਲੀ ਸਟੇਜ ਤੇ ਸਾਡਾ ਆਪ ਦੀ ਆਵਾਜ਼ ਦੇ ਵਿੱਚ ਹੀ ਧਿਆਨ ਨਹੀਂ ਲੱਗਦਾ, ਫਿਰ ਸੱਚ ਤੇ ਨਾਮ ਵਿੱਚ ਤਾਂ ਧਿਆਨ ਬਹੁਤ ਦੂਰ ਦੀ ਗੱਲ ਆ। ਸੰਗਤ ਦੇ ਵਿੱਚ ਉੱਚੀ ਅਭਿਆਸ, ਲੰਮਾ ਅਭਿਆਸ, ਲੰਬੇ ਸਮਾਂ ਅਭਿਆਸ ਇਸੇ ਕਰਕੇ ਕਰਵਾਇਆ ਜਾਂਦਾ ਹੈ ਵੀ ਜਿਹੜੇ ਗੁਰਮੁਖ ਨੇ ਪਹਿਲਾਂ ਆਪ ਦੀ ਆਵਾਜ਼ ਦੇ ਵਿੱਚ ਧਿਆਨ ਲਾਉਣਾ ਸਿੱਖਣ, ਤੇ ਆਪ ਦੀ ਆਵਾਜ਼ ਦੇ ਵਿੱਚ ਧਿਆਨ ਲੱਗਣਾ ਜ਼ਰੂਰੀ ਹੈ। ਜੇ ਆਪ ਦੀ ਆਵਾਜ਼ 'ਚ ਧਿਆਨ ਲੱਗੇਗਾ ਤਾਂ ਹੀ ਗੁਰਮੰਤਰ ਲੰਬਾ ਸਮਾਂ ਕਰਨਗੇ। ਜਿੰਨਾ ਵੀ ਵੱਧੋ ਵੱਧ ਕੀਤਾ ਜਾਵੇਗਾ, ਵੱਧ ਸਮਾਂ ਗੁਰਮੰਤਰ ਹੋਏਗਾ ਤੇ ਉਹਦੇ ਵਿੱਚੋਂ ਅੰਮ੍ਰਿਤ ਦੀ ਦਾਤ ਮਿਲੇਗੀ, ਉਹਦੇ ਵਿੱਚੋਂ ਨਾਮ ਦਾ ਪਰਵਾਨਾ ਮਿਲੇਗਾ, ਨਾਮ ਦਾ ਕੱਪੜਾ ਮਿਲੇਗਾ, ਪ੍ਰਕਾਸ਼ ਦਾ, ਘਰ ਦਾ, ਸੱਚ ਦਾ, ਮਹਿਲ ਦਾ ਪਤਾ ਲੱਗੇਗਾ। ਹੁਣ ਗੁਰਮੰਤਰ ਦਾ ਅਭਿਆਸ ਧੁਨ ਵਿੱਚ ਧਿਆਨ ਨਹੀਂ ਲੱਗਣ ਲੱਗਾ ਤੇ ਮਨ ਨੂੰ ਗਿਆਨ ਦੀ ਤ੍ਰਿਸ਼ਨਾ ਆ ਗਈ, ਸਤੋਗੁਣ ਨੇ ਤ੍ਰਿਸ਼ਨਾ ਪਾ ਦਿੱਤੀ। ਉਹ ਸਿੱਧਾ ਸੋਚਦਾ ਕਿ ਮੈਂ ਪਰਮੇਸ਼ਰ ਦੇ ਧਾਮ ਦੇ ਵਿੱਚ ਚਲਾ ਜਾਵਾਂ। ਸਿੱਧਾ ਫਿਰ ਕਹਿੰਦਾ ਜੀ ਮੇਰਾ ਸੱਚ ਵਿੱਚ ਧਿਆਨ ਨਹੀਂ ਲੱਗਦਾ, ਮੈਂ ਅੱਖਾਂ ਨਹੀਂ ਮੇਰੀਆਂ ਖੁੱਲ੍ਹਦੀਆਂ, ਮੇਰੀ ਦ੍ਰਿਸ਼ਟੀ ਨਹੀਂ ਟਿਕਦੀ, ਮੈਨੂੰ ਅਨਹਦ ਸ਼ਬਦ ਸੁਣਦਿਆਂ ਨੀਂਦ ਆ ਜਾਂਦੀ ਆ, ਮੈਨੂੰ ਅਨਹਦ ਸ਼ਬਦ ਦੇ ਵਿੱਚ ਧਿਆਨ, ਸੁਰਤੀ ਇਕਾਗਰ ਨਹੀਂ ਹੁੰਦੀ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ, ਤਰ੍ਹਾਂ ਤਰ੍ਹਾਂ ਦੇ ਵਿਚਾਰ। ਤੇ ਜੇ ਪੁੱਛੀਏ ਗੁਰੂ ਪਿਆਰਿਓ ਧੁਨ ਵਿੱਚ ਧਿਆਨ ਲੱਗ ਗਿਆ, ਪਹਿਲਾਂ ਸਭ ਤੋਂ ਗੁਰਮੰਤਰ ਆਪਦੀ ਆਵਾਜ਼ ਦੇ ਵਿੱਚ ਧਿਆਨ, ਜਿਹੜਾ ਮੂਲ ਸਿਧਾਂਤ ਹੈ, ਜਿੱਥੋਂ ਗੁਰਮਤਿ ਦੀ ਸ਼ੁਰੂਆਤ ਹੁੰਦੀ ਹੈ, ਜਿੱਥੋਂ ਸੰਗਤ ਦੀ ਸ਼ੁਰੂਆਤ ਹੁੰਦੀ ਹੈ, ਆਵਾਜ਼ ਵਿੱਚ ਧਿਆਨ ਲੱਗਣਾ ਸ਼ੁਰੂ ਹੋ ਗਿਆ। ਆਵਾਜ਼ ਵਿੱਚ ਧਿਆਨ ਲੱਗਣਾ ਸ਼ੁਰੂ ਨਹੀਂ ਹੋਇਆ, ਗਿਆਨ ਦੀ ਤ੍ਰਿਸ਼ਨਾ ਨੇ ਐਸਾ ਮਨ ਨੂੰ ਫੜਿਆ, ਸਤੋਗੁਣ ਨੇ ਐਸਾ ਮਨ ਨੂੰ ਫੜਿਆ ਕਿ ਉਹ ਸਾਰਾ ਭੇਤ ਹੋਣ ਦੇ ਬਾਵਜੂਦ ਵੀ ਹੋਰ ਹੀ ਹੋਰ ਪਾਸੇ ਲੈ ਕੇ ਚਲੇ ਗਏ ਨੇ ਮਨ ਨੂੰ। ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪ ਦੀ ਆਵਾਜ਼ ਵਿੱਚ ਧਿਆਨ। ਜਦੋਂ ਆਵਾਜ਼ ਵਿੱਚ ਧਿਆਨ ਪਰਪੱਕ ਹੋਏਗਾ, ਫਿਰ ਸੁਣ ਵਿੱਚ ਧਿਆਨ। ਆਵਾਜ਼ ਤੋਂ ਬਾਅਦ ਜਿਹੜਾ ਅਗਲਾ ਪੜਾਅ ਬਣਦਾ ਹੈ, ਉਹ ਜਿਹੜਾ ਨੇਤਰ ਚਾਹੇ ਖੋਲ ਲਓ ਚਾਹੇ ਬੰਦ ਕਰ ਲਓ, ਜਿਹੜੀ ਇਹ ਸਾਹਮਣੇ ਸੁਣਨਾ ਨਾ, ਜਿਹੜੀ ਨੇਤਰ ਬੰਦ ਕਰਿਆਂ ਤੇ ਵੀ ਮਹਿਸੂਸ ਹੁੰਦੀ ਹੈ, ਖੁੱਲਿਆਂ ਤੇ ਵੀ ਮਹਿਸੂਸ ਹੁੰਦੀ ਹੈ, ਇਹਦੇ ਵਿੱਚ ਧਿਆਨ। ਧੁਨ ਵਿੱਚ ਧਿਆਨ, ਉਸ ਤੋਂ ਬਾਅਦ ਸੁਣ ਵਿੱਚ ਧਿਆਨ, ਫਿਰ ਸੁਣ ਵਿੱਚ ਧਿਆਨ ਪਰਪੱਕ ਹੋਣ ਤੋਂ ਬਾਅਦ ਅਨਹਦ ਸ਼ਬਦ ਤੇ ਸੱਚ ਦੀ ਵਾਰੀ ਆਉਂਦੀ ਆ। ਜੇ ਧੁਨ ਵਿੱਚ ਧਿਆਨ ਨਹੀਂ ਪਰਪੱਖ ਤਾਂ ਸੁਣ ਵਿੱਚ ਧਿਆਨ ਪਰਪੱਖ ਨਹੀਂ ਹੋਏਗਾ। ਜੇ ਆਪਦੀ ਆਵਾਜ਼ ਵਿੱਚ ਧਿਆਨ ਨਹੀਂ ਪਰਪੱਖ ਤਾਂ ਜਦੋਂ ਸੁਣ 'ਚ ਬੈਠਾਂਗੇ ਤਾਂ ਨੀਂਦ ਆਏਗੀ, ਤੇ ਜੇ ਸੁਣ ਵਿੱਚ ਧਿਆਨ ਨਹੀਂ ਪਰਪੱਖ ਤਾਂ ਸ਼ਬਦ ਕਿਵੇਂ ਸੁਣੋਗੇ? ਫਿਰ ਨਾਮ ਦੀ ਧੁਨ ਵਿੱਚ ਧਿਆਨ ਨਹੀਂ ਲੱਗੇਗਾ, ਤੇ ਜੇ ਨਾਮ ਦੀ ਧੁਨ ਵਿੱਚ ਧਿਆਨ ਨਹੀਂ ਲੱਗਾ ਤੇ ਸੱਚ ਵਿੱਚ ਕਿਵੇਂ ਧਿਆਨ ਲੱਗੇਗਾ? ਇਹ ਸਟੈਪ ਨੇ, ਇਹ ਪੜਾਅ ਨੇ ਜੋ ਹਰ ਇੱਕ ਗੁਰਸਿੱਖ ਨੂੰ ਕਰਨੇ ਪੈਂਦੇ ਆ। ਬੇਸ਼ੱਕ ਉਹਨੂੰ ਜਿੰਨੀ ਮਰਜ਼ੀ ਕਾਹਲ ਹੋਵੇ, ਬੇਸ਼ੱਕ ਉਹਦਾ ਜਿੰਨਾ ਮਰਜ਼ੀ ਵਿਰਾਗ ਹੋਵੇ ਵੀ ਮੈਂ ਤਾਂ ਛੇਤੀ ਨਾਲ ਨਿਕਲ ਜਾਵਾਂ, ਪਰ ਜੇ ਉਹ ਗੁਰਮੰਤਰ ਦਾ ਅਭਿਆਸ ਨਹੀਂ ਕਰਦਾ ਤਰੀਕੇ ਦੇ ਨਾਲ ਤਾਂ ਉਹ ਸਾਰੀ ਉਮਰ ਵਿਰਾਗ ਵੀ ਕਰੀ ਜਾਂਦਾ, ਵਿਲਕਦਾ ਵੀ ਰਹਿੰਦਾ ਆ, ਹਾਂਜੀ, ਤੇ ਗਿਆਨ ਵਿੱਚ ਤ੍ਰਿਸ਼ਨਾ ਵਿੱਚ ਫਸਿਆ ਵੀ ਰਹਿੰਦਾ ਤੇ ਅੱਗੇ ਵੀ ਨਹੀਂ ਜਾ ਸਕਦਾ। ਮੈਂ ਨਿਕਲਾਂ ਕਿਵੇਂ? ਉੱਧਰੋਂ ਕਹੀ ਜਾਂਦਾ ਮੈਨੂੰ ਕੱਢੋ, ਮੈਂ ਧਿਆਨ ਲਾਉਣਾ, ਮੇਰਾ ਦਿਲ ਕਰਦਾ, ਨਾਮ ਜਪਣਾ ਨਹੀਂ ਚਾਹੁੰਦਾ, ਅੱਧ ਵਿਚਕਾਰ ਫਸਿਆ ਰਹਿੰਦਾ ਆ। ਇਸ ਕਰਕੇ ਇਹ ਸਾਨੂੰ ਨਿਹਚਾ ਕਰਕੇ ਮੰਨਣਾ ਪਏਗਾ ਵੀ ਸ਼ਬਦ ਦਾ ਅਭਿਆਸ ਕਰਿਆ ਸਾਡੇ ਫਿਰ ਸਾਰੇ ਕਾਰਜ ਸਾਧੇ ਜਾਣੇ ਆ। ਜਿਹੜੇ ਤੁਹਾਡੇ ਦੁਨਿਆਵੀ ਕਾਰਜ ਰੁਕਦੇ ਆ, ਜਿਹੜੇ ਤੁਹਾਡੇ ਪਰਿਵਾਰਕ ਕਾਰਜ ਰੁਕਦੇ ਆ, ਪਰਿਵਾਰ ਵਿੱਚ ਆਪਸੀ ਇਤਫਾਕ ਨਹੀਂ ਬਣਦਾ, ਜ਼ਮੀਨ ਜਾਇਦਾਦ ਦਾ ਕੋਈ ਕਾਰਜ ਰੁਕਦਾ ਆ, ਜੋਬ ਦਾ ਕੋਈ ਰੁਕਦਾ ਆ, ਇਹ ਸਾਰੇ ਕਾਰਜ ਵੀ ਤੁਹਾਡੇ ਸ਼ਬਦ ਦੀ ਅਭਿਆਸ ਦੀ ਪਾਵਰ ਦੇ ਨਾਲ ਨਿਕਲ ਜਾਣੇ ਆ। ਮਨ ਵਿੱਚ ਸਹਿਜ ਰੱਖਣੀ ਪੈਂਦੀ ਆ, ਗੁਰਮੁਖਾਂ ਦੇ ਨਾਲ ਸੰਬੰਧ ਬਣਾ ਕੇ ਰੱਖਣਾ ਪੈਂਦਾ ਆ।
ਜਿੰਨਾ ਮਰਜ਼ੀ ਸਾਨੂੰ ਗਿਆਨ ਹੋ ਜਾਵੇ, ਅਵਸਥਾ ਬਣ ਜਾਵੇ, ਜੇ ਅਸੀਂ ਸਾਧੂ ਤੋਂ, ਆਪ ਦੇ ਸੰਗੀਆਂ ਸਾਥੀਆਂ ਤੋਂ ਟੁੱਟ ਜਾਂਦੇ ਹਾਂ, ਆਪ ਦੇ ਅਧਿਆਤਮਕ ਉਸਤਾਦ ਟੀਚਰਾਂ ਤੋਂ ਟੁੱਟ ਜਾਂਦੇ ਹਾਂ, ਤਾਂ ਅਸੀਂ ਸ਼ਕਤੀ ਤੋਂ ਹੀਣੇ ਹੋ ਜਾਂਦੇ ਹਾਂ। ਸਾਡਾ ਗਿਆਨ ਉਦੋਂ ਸਾਡੇ ਤੇ ਕੰਮ ਕਰੇਗਾ ਇੱਕ, ਜਦੋਂ ਅਸੀਂ ਆਪਦੀ ਜੜ ਦੇ ਨਾਲ ਜੁੜ ਕੇ ਰਹਿੰਦੇ ਹਾਂ। ਸੰਗਤ ਸਾਡੀ ਜੜ ਹੈ, ਤੇ ਜੇ ਆਪਦੀ ਜੜ ਤੋਂ ਅਸੀਂ ਟੁੱਟ ਜਾਈਏ ਤਾਂ ਜਿਹੜੇ ਟਾਹਣੀਆਂ ਤੇ ਲੱਗੇ ਹੋਏ ਫੁੱਲ ਨੇ ਫਲ ਨੇ, ਉਹ ਥੋੜੇ ਦਿਨ ਹੀ ਜਿਹੜੇ ਆ ਹਰੇ ਰਹਿੰਦੇ ਆ। ਜੜ ਦਾ ਜਿੰਨਾ ਕੁ ਪਾਣੀ ਹੁੰਦਾ ਤਣੇ ਦੇ ਵਿੱਚ, ਓਨੀ ਕੁ ਦੇਰ ਤੱਕ ਤਾਂ ਫਲ ਤੇ ਫੁੱਲ ਹਰੇ ਰਹਿੰਦੇ ਆ। ਤੇ ਜਦੋਂ ਹੌਲੀ ਹੌਲੀ ਜੜ ਦੇ ਵਿੱਚੋਂ ਪਾਣੀ ਸੁੱਕਣ ਲੱਗ ਜਾਂਦਾ ਤੇ ਟਾਹਣੀਆਂ ਵੀ ਸੁੱਕ ਜਾਂਦੀਆਂ, ਰੁੱਖ ਵੀ ਸੁੱਕ ਜਾਂਦਾ, ਫਲ ਵੀ ਫੁੱਲ ਵੀ। ਇਸ ਕਰਕੇ ਅਸੀਂ ਸਾਰੇ ਤਰ੍ਹਾਂ ਦਾ ਬੈਲੈਂਸ ਜਿਹੜਾ ਹੈ ਉਹ ਹਉਮੈ ਤੋਂ ਰਹਿਤ ਹੋ ਕੇ ਬਣਾ ਕੇ ਰੱਖਣਾ। ਅਸੀਂ ਇਹ ਦੇਖਦੇ ਰਹਿਣਾ ਆ, ਕਾਲ ਨੇ ਸਾਡੇ ਤੇ ਜਾਲ ਪਾਉਣਾ, ਸਾਨੂੰ ਸਿਮਰਨ ਤੋਂ ਤੋੜਨਾ, ਸਾਨੂੰ ਸੰਗਤ ਤੋਂ ਤੋੜਨਾ, ਸਾਡੇ ਨਿਯਮ ਤੋਂ ਤੋੜਨਾ। ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਹੈ ਦੁੱਖ ਦੇ ਹਨੇਰਿਆਂ ਦੇ ਵਿੱਚ ਪਾ ਕੇ ਸਾਨੂੰ ਕਮਜ਼ੋਰ ਕਰਨਾ, ਸਾਨੂੰ ਭਵਜਲ ਦੇ ਵਿੱਚ ਲੈ ਕੇ ਜਾਣਾ। ਇਹ ਕਾਲ ਦਾ ਕਰਮ ਹੈ। ਜਿੰਨਾ ਸਾਨੂੰ ਕਮਜ਼ੋਰ ਕਰੇਗਾ, ਉਹ ਕਰੇਗਾ ਕਿਵੇਂ? ਸ਼ਬਦ ਅਤੇ ਧਿਆਨ ਤੋਂ ਤੋੜ ਕੇ, ਸੰਗਤ ਤੋਂ, ਸਾਧੂਆਂ ਤੋਂ ਤੋੜ ਕੇ ਕਰੇਗਾ। ਫਿਰ ਸਾਡਾ ਮਨ ਕਮਜ਼ੋਰ ਹੋ ਕੇ ਆਪਣੇ ਆਪ ਦੁਬਿਧਾ ਵਿੱਚ ਆਏਗਾ, ਭਵਜਲ ਵਿੱਚ ਜਾਏਗਾ, ਤੇ ਸਾਡੇ ਸਾਰੇ ਰੁਕਾਵਟਾਂ ਬਣ ਜਾਣਗੀਆਂ ਕੰਮ ਦੀਆਂ। ਹੁਣ ਕੰਮ ਜਿਹੜੇ ਨੇ ਉਹ ਸਾਡੇ ਲੋਕ ਦੇ ਕਰਮ ਵੀ ਜ਼ਰੂਰੀ ਨੇ, ਪਰਲੋਕ ਦਾ ਕਰਮ ਵੀ ਜ਼ਰੂਰੀ ਨੇ। ਬਣੇਗਾ ਕਿਵੇਂ? ਸ਼ਬਦ ਦੇ ਅਭਿਆਸ ਨਾਲ। ਤੇ ਹੁਣ ਤੁਹਾਨੂੰ ਇਹ ਵੀ ਦੱਸ ਦਿੱਤਾ ਵੀ ਪਹਿਲੋਂ ਕਿੱਥੋਂ ਧਿਆਨ ਸ਼ੁਰੂ, ਸ਼ਬਦ ਦਾ ਧਿਆਨ ਕਿਵੇਂ ਸ਼ੁਰੂ ਕਰਨਾ। ਇਹ ਵੀ ਦੱਸ ਦਿੱਤਾ ਜਿਹੜੀਆਂ ਰੁਕਾਵਟਾਂ ਨੇ ਉਹ ਕਿਵੇਂ ਦੂਰ ਹੋਣਗੀਆਂ। ਸੋ ਬਹੁਤ ਹੀ ਸੋਹਣੀ ਵਿਚਾਰ ਜੋ ਗੁਰਮੁਖਾਂ ਨੇ ਸਰਵਣ ਕਰਵਾਈ ਆ। ਬਹੁਤ ਸਰਲ ਤਰੀਕੇ ਦੇ ਨਾਲ ਗੁਰਬਾਣੀ ਗੁਰੂ ਦਾ ਭੇਦ, ਮਨ ਦਾ ਅਕਥ ਦਾ ਭੇਦ ਦਿੰਦੇ ਆ ਗੁਰਮੁਖ। ਸੋ ਗੁਰਮੁਖਾਂ ਦਾ ਬਹੁਤ ਧੰਨਵਾਦ। ਸੋ ਵੀਡੀਓ ਦੀ ਇੱਥੇ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।